ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਰਾਗ ਮਹਿਲਾ ਪਹਿਲਾ। ਧਾਤ ਮਿਲੈ ਫੁਨ ਧਾਤ ਕਉ, ਸਿਬਤੀ ਸਿਬਤ ਸਮਾਈ। ਲਾਲ ਗੁਲਾਲ ਗਹਿਬੁਰਾ, ਸੱਚਾ ਰੰਗ ਚੜਾਓ। ਸੱਚ ਮਿਲੈ ਸੰਤੋਖੀਆਂ, ਹਰ ਜਪ ਏਕੈ ਭਾਈ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ। ਮੁਗਤ ਪਦਾਰਥ ਧੇਣ ਰਹਾਉ। ਊਚੋ ਥਾਨ ਸੁਹਾਵਣਾ, ਊਪਰ ਮਹਿਲ ਮੁਰਾਰ। ਸਚ ਕਰਨੀ ਦੀ ਪਾਈਐ, ਦਰ ਘਰ ਮਹਿਲ ਪਿਆਰ। ਗੁਰਮੁਖ ਮਨ ਸਮਝਾਈਐ, ਆਤਮ ਰਾਮ ਵਿਚਾਰ। ਤ੍ਰੇ ਬਿਦ ਕਰਮ ਕਮਾਈਐ, ਆਸ ਅੰਦੇਸਾ ਹੋਈ। ਕਿਉ ਗੁਰ ਬਿਨ ਤ੍ਰੇ ਕੁਟੀ ਸੁਟਸੀ, ਸਹਿਜ ਮਿਲਿਆ ਸੁਖ ਹੋਈ। ਨਿਜ ਘਰ ਮਹਿਲ ਪਛਾਣੀਐ, ਨਦਰ ਕਰੀ ਮਲ ਧੋਈ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉ ਘਰ ਵਾਸ। ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ। ਨਾਨਕ ਦੀਖ ਦਿਖਾਈਐ, ਹਉ ਸਦ ਬਲਿਹਾਰੈ ਜਾਸ। ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ। ਨਾਨਕ ਦੇਖ ਦਿਖਾਈਐ, ਹਉ ਸਦ ਬਲਿਹਾਰੈ ਜਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰਤ ਨਾ ਸਿਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸਗਨ ਸਪੁਨ, ਅਗਨ ਕੱਟੈ ਸਭ ਤੇਰੇ। ਨੈਣ ਬੈਣ ਗੁਰ ਗੁਰ ਕਰੋ, ਗੁਰ ਕਵ ਨਲ ਸਤ ਕਹਿ। ਜਿਨ ਗੁਰੂ ਨ ਦੇਖਿਓ ਨ ਕੀਓ, ਤੇ ਅਕਿਅਥ ਸੰਸਾਰ ਮਹਿ। ਜਿਨ ਗੁਰੂ ਨ ਦੇਖਿਓ ਨ ਕੀਓ, ਤੇ
ਅਕਿਅਥ ਸੰਸਾਰ ਮਹਿ ਪਰਮ ਸਨਮਾਨਯੋਗ ਚੌਰ ਤਖਤ ਦੇ ਮਾਲਕ ਦੋ ਜਹਾਂ ਵਾਲੀ ਸਰਬਰੇ ਕਾਇਨਾਤ ਦੀ ਚਾਦਰ ਰਹਿਮ ਦੇ ਮੁਜਸਮੇ ਪਤਿਤ ਪਾਵਨ ਭਗਤ ਵਸ਼ਲ ਦੀਨ ਬੰਦੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰ ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਹਿਬ ਜੀ ਦੇ ਹਜ਼ੂਰ ਅਦਬ ਸਹਿਤ ਨਿਵਾਵੋ ਸੀਸ। ਸਮੂਹ ਸੰਗਤ ਰਲ ਮਿਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਸ੍ਰੀ ਰਾਗ ਮਹਿਲਾ ਪਹਿਲਾ। ਧਾਤ ਮਿਲੈ ਫੁਨ ਧਾਤ ਕਉ, ਸਿਬਤੀ ਸਿਬਤ ਸਮਾਈ। ਲੜੀਵਾਰ ਚੱਲ ਰਹੀ ਗੁਰ ਸ਼ਬਦ ਵਿਚਾਰ ਦੇ ਤਹਿਤ ਅੱਜ ਦਾ ਪਾਵਨ ਸ਼ਬਦ ਸ੍ਰੀ ਰਾਗ ਮਹਿਲਾ ਪਹਿਲਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 18 ਉੱਪਰ ਇਹ ਸ਼ਬਦ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਦੇ ਆਰੰਭਕ ਬਚਨ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ, ਤਿਨਾਂ ਵਿੱਚ ਹਜ਼ੂਰ ਕਹਿੰਦੇ ਧਾਤ ਮਿਲੈ ਫੁਨ ਧਾਤ ਕੋ, ਸਿਫਤੀ ਸਿਫਤ ਸਮਾਏ। ਧਾਤ ਧਾਤੂ ਤੋਂ ਭਾਵ ਹੈ ਜਿਵੇਂ ਸੋਇਨਾ ਤੇ ਸੋਇਨੇ ਤੋਂ ਬਣੇ ਹੋਏ ਜੇਵਰ, ਉਹਨਾਂ ਦੀ ਅੰਸ਼ ਤੇ ਏਕੇ, ਤਾਸੀਰ ਏਕੇ, ਧਾਤ ਏਕੇ, ਪਰ ਰੰਗ ਤੇ ਸ਼ਕਲ ਜੁਦਾ ਜੁਦਾ ਦਿਖਾਈ ਦੇਣ ਲੱਗੀ। ਕਿਉਂ ਦਿਖਾਈ ਦਿੱਤੀ? ਕਿਉਂਕਿ ਸੋਇਨੇ ਤੋਂ, ਇੱਕ ਡਲੀ ਤੋਂ, ਇੱਕ ਬਿਸਕਿਟ ਤੋਂ ਜੇਵਰ ਤਿਆਰ ਕਰ ਦਿੱਤੇ ਗਏ। ਸਤਿਗੁਰਾਂ ਨੇ ਉਦਾਹਰਨ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ। ਜਿਵੇਂ ਇੱਕ ਧਾਤੂ ਤੋਂ ਬਣੇ ਹੋਏ ਜੇਵਰ ਜਦੋਂ ਫਿਰ ਸੁਨਿਆਰ ਦੀ ਕੁਠਾਲੀ ਵਿੱਚ ਪੈਂਦੇ ਨੇ, ਅਗਨ ਦਾ ਤਾਉ ਲੱਗਦਾ ਹੈ ਤੇ ਦੁਬਾਰਾ ਤੋਂ ਉਹ ਜੇਵਰ ਆਪਣਾ ਰੂਪ ਗਵਾ ਦਿੰਦੇ ਨੇ ਤੇ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਸੋਨੇ ਦੀ ਇੱਕ ਡਲੀ ਵਿੱਚ ਤਬਦੀਲ ਹੋ ਜਾਂਦੇ। ਬਸ ਇਹੋ ਹੀ ਜੁਗਤ ਪਰਮਾਤਮਾ ਦੀ ਤਾਰੀਫ ਕਰਨ ਵਾਲਿਆਂ ਦੇ ਜੀਵਨ ਤੇ ਲਾਗੂ ਹੁੰਦੀ ਹੈ। ਪਰਮਾਤਮਾ ਤੋਂ ਵਿਛੜ ਕੇ ਆਏ ਹਾਂ ਤੇ ਜਦੋਂ ਕੋਈ ਇਨਸਾਨ ਅਕਾਲ ਦੀ ਸਿਫਤ ਵਿੱਚ ਜੁੜਦਾ, ਉਹਦਾ ਰੂਪ ਤੇ ਵੱਖਰਾ ਦਿਖਾਈ ਦਿੰਦਾ, ਪਰ ਸਿਫਤ ਕਰਦਿਆਂ ਕਰਦਿਆਂ ਅੰਦਰ ਦੀ ਸੁਰਤ ਜਦੋਂ ਪਰਮਾਤਮਾ ਵਿੱਚ ਵਿਲੀਨ ਹੁੰਦੀ ਹੈ ਤੇ ਸਮਝੋ ਉਹ ਪਰਮਾਤਮਾ ਦਾ ਰੂਪ ਹੀ ਬਣ ਜਾਂਦਾ। ਅਖਰੀ ਅਰਥ ਨੇ ਧਾਤ ਮਿਲੈ ਫੁਨ ਧਾਤ ਕੋ, ਸਿਫਤੀ ਸਿਫਤ ਸਮਾਏ। ਇਸੇ ਤਰ੍ਹਾਂ ਸਿਫਤ ਕਰਦਾ ਕਰਦਾ ਇਨਸਾਨ ਅਕਾਲ ਪੁਰਖ ਜੀ ਦਾ ਰੂਪ ਬਣ ਜਾਂਦਾ। ਹੁਣ ਥੋੜਾ ਗੁਰਬਾਣੀ ਵੱਲ ਝਾਤ ਮਾਰ ਕੇ ਵੇਖੀਏ, ਕੀ ਗੁਰਬਾਣੀ ਵਿੱਚ ਐਸਾ ਕੋਈ ਜ਼ਿਕਰ ਕੀਤਾ ਗਿਆ ਜਿੱਥੇ ਤਾਰੀਫ ਕਰਦਾ ਕਰਦਾ ਇਨਸਾਨ ਪਰਮਾਤਮਾ ਵਰਗਾ ਹੋ ਗਿਆ ਹੋਵੇ? ਭਗਤ ਕਬੀਰ ਸਾਹਿਬ ਜੀ ਦੇ ਅਮੋਲਕ ਬਚਨ ਰਾਗ ਗੌੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 335 ਅੰਕ ਉੱਤੇ ਭਗਤ ਜੀ ਦਾ ਸ਼ਬਦ ਹੈ, ਜਿਸ ਵਿੱਚ ਭਗਤ ਜੀ ਨੇ ਖੁਲਾਸਾ ਕੀਤਾ ਹੈ, ਏਕ ਜੋਤ ਏਕਾ ਮਿਲੀ। ਰੂਪ ਉਹੀ ਬਣ ਗਿਆ, ਜੋਤ ਨਿਰੰਕਾਰ ਦੀ ਸੀ, ਇੱਕ ਅੰਸ਼ ਤੇਰੇ ਅੰਦਰ ਟਿਕਾਈ ਸੀ। ਜਿਸ ਦਿਨ ਪਰਮਾਤਮਾ ਦੀ ਤਾਰੀਫ ਵਿੱਚ ਮਨ ਜੋੜਿਆ, ਉਹ ਤੇਰੀ ਅੰਸ਼
ਜੋ ਤੇਰੇ ਅੰਦਰ ਇੱਕ ਟੁਕੜਾ, ਇੱਕ ਹਿੱਸਾ ਟਿਕਾਇਆ ਸੀ ਨਿਰੰਕਾਰ ਨੇ, ਉਹ ਫਿਰ ਤੋਂ ਨਿਰੰਕਾਰ ਵਿੱਚ ਵਿਲੀਨ ਹੋਣ ਜਾ ਰਿਹਾ ਹੈ, ਪਰ ਸੁਰਤ ਦੇ ਜ਼ਰੀਏ। ਏਕ ਜੋਤ ਏਕਾ ਮਿਲੀ, ਫਿਰ ਕਹਿੰਦੇ ਕਿੰਬਾ ਹੋਏ, ਰੋਕ ਕੇ ਕਹਿਣਾ ਮਹੋਏ। ਕਿੰਬਾ ਹੋਏ, ਕਿੰਬਾ ਦਾ ਅਰਥ ਹੈ ਕੀ? ਇਹ ਹੋ ਸਕਦਾ ਹੈ? ਏਕ ਜੋਤ ਏਕਾ ਮਿਲੀ ਕਿੰਬਾ ਹੋਏ, ਕੀ ਐਦਾਂ ਹੋ ਸਕਦਾ? ਭਲਾ ਕੀ ਹਉਮੈ ਵਿੱਚ ਇਨਸਾਨ ਪਰਮਾਤਮਾ ਤੋਂ ਜੁਦਾ ਹੁੰਦਾ ਹੈ, ਪਰ ਜਿੱਦਣ ਸਿਫਤ ਕਰਦਿਆਂ ਕਰਦਿਆਂ ਸੁਰਤ ਪਰਮਾਤਮਾ 'ਚ ਵਿਲੀਨ ਹੋ ਜਾਂਦੀ ਹੈ। ਤੇ ਭਗਤ ਜੀ ਨੂੰ ਪੁੱਛਿਆ, ਕੀ ਫੇਰ ਸਿਫਤ ਕਰਨ ਵਾਲੇ ਨੂੰ ਰੱਬ ਤੋਂ ਜੁਦਾ ਕੀਤਾ ਜਾ ਸਕਦਾ? ਭਗਤ ਕਬੀਰ ਸਾਹਿਬ ਕਹਿੰਦੇ ਮਹੋਏ, ਇਹ ਨਹੀਂ ਹੋ ਸਕਦਾ। ਮਹੋਏ ਦਾ ਅਰਥ ਕੀ ਕਰਾਂਗੇ? ਇਹ ਨਹੀਂ ਹੋ ਸਕਦਾ। ਜਦੋਂ ਕੋਈ ਤਾਰੀਫ ਕਰਦਾ ਕਰਦਾ ਨਿਰੰਕਾਰ ਦੇ ਵਿੱਚ ਅਭੇਦ ਹੋ ਜਾਂਦਾ ਹੈ, ਫਿਰ ਤੁਸੀਂ ਲੱਖ ਯਤਨ ਕਰੋ ਰੱਬ ਤੋਂ ਜੁਦਾ ਕਰਨ ਲਈ ਉਸ ਇਨਸਾਨ ਨੂੰ, ਫਿਰ ਉਹਨੂੰ ਜੁਦਾ ਨਹੀਂ ਕੀਤਾ ਜਾ ਸਕਦਾ। ਅਸੀਂ ਆਮ ਤੌਰ ਤੇ ਇੱਕ ਮੁਹਾਵਰਾ ਇਸਤੇਮਾਲ ਕਰਦੇ ਹਾਂ ਕਿ ਨੌਹਾਂ ਨਾਲੋਂ ਮਾਸ ਜੁਦਾ ਨਹੀਂ ਹੋ ਜਾਂਦਾ। ਜਦੋਂ ਕਿਸੇ ਰਿਸ਼ਤੇ ਦੀ ਗੱਲ ਕਰਨੀ ਹੁੰਦੀ ਹੈ ਨਾ, ਮਾਂ ਨਾਲ ਪੁੱਤ ਦੀ, ਬਾਪ ਨਾਲ ਪੁੱਤ ਦੀ ਜਦੋਂ ਗੱਲ ਕਰਨੀ ਹੋਵੇ, ਆਪਸੀ ਝਗੜਾ ਹੋ ਜਾਏ, ਪਰ ਸਿਆਣੇ ਕਹਿੰਦੇ ਨੇ ਬਈ ਲੜ ਜਿੰਨਾ ਮਰਜ਼ੀ ਲਓ, ਪਰ ਇਹ ਨੌ ਮਾਸ ਦਾ ਰਿਸ਼ਤਾ ਹੈ, ਜੁਦਾ ਨਹੀਂ ਕੀਤਾ ਜਾ ਸਕਦਾ। ਹਉਮੈ ਦੇ ਕਾਰਨ ਕੁਝ ਸਮੇਂ ਲਈ ਜੀਵ ਨਿਰੰਕਾਰ ਤੋਂ ਵਿਛੜ ਸਕਦਾ ਹੈ, ਪਰ ਆਖਿਰ ਅੰਸ਼ ਉਹਦੀ ਜੋਤ ਉਹਦੀ ਹੈ, ਇਹਨੇ ਆਖਿਰ ਤੇ ਉਹਦੇ ਵਿੱਚ ਸਮਾਉਣਾ ਹੈ। ਪਰ ਥੋੜੇ ਜਿਹੇ ਅਭਿਆਸ ਦੀ ਲੋੜ ਪੈਂਦੀ ਹੈ। ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬੈਠਾਂਗੇ, ਉਹ ਅਭਿਆਸ ਆਰੰਭ ਹੋਵੇਗਾ ਔਰ ਸਾਡਾ ਧਿਆਨ ਨਿਰੰਕਾਰ ਵੱਲ ਜਾਏਗਾ ਤੇ ਸਾਡੀ ਜੋਤ ਨਿਰੰਕਾਰ ਵਿੱਚ ਵਿਲੀਨ ਹੋ ਜਾਏਗੀ। ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ। ਭਗਤ ਜੀ ਕਹਿੰਦੇ ਜਿਤ ਘਟ ਨਾਮ ਨਾ ਉਪਜੈ। ਇਹ ਕਿਹਦੀ ਜੋਤ ਵਿਛੜੀ, ਕਿਹੜਾ ਜੁਦਾ ਹੋਇਆ? ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਟਿਕਿਆ ਹੋਇਆ। ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ। ਉਹ ਫੁੱਟ ਫੁੱਟ ਕੇ ਮਰਦਾ। ਕੀ ਅਰਥ ਕਰਾਂਗੇ? ਹਉਮੈ ਵਿੱਚ ਉਹੀ ਬੰਦਾ ਪਰਮਾਤਮਾ ਤੋਂ ਵਿਛੜਦਾ ਹੈ, ਹਉਮੈ ਵਿੱਚ, ਜਿਹਦੇ ਹਿਰਦੇ ਵਿੱਚ ਨਾਮ ਟਿਕਿਆ ਨਹੀਂ। ਹਿਰਦੇ ਵਿੱਚ ਨਾਮ ਟਿਕ ਜਾਏ ਤੇ ਹਉਮੈ ਅੰਦਰ ਰਹਿਣੀ ਕੋਈ ਨਹੀਂ, ਤੇ ਪ੍ਰਮਾਤਮਾ ਦੇ ਵਿਛੋੜੇ ਦਾ ਕਾਰਨ ਹੀ ਮੁੱਖ ਹੈ ਸਾਡੇ ਅੰਦਰ ਦੀ ਹਉਮੈ। ਜੇ ਹਉਮੈ ਨਾ ਹੁੰਦੀ ਤੇ ਨਿਰੰਕਾਰ ਤੋਂ ਕਦੇ ਸਾਡਾ ਵਿਛੋੜਾ ਨਾ ਹੁੰਦਾ। ਇਹਨੇ ਵਿਚਾਲੇ ਦੀਵਾਰ ਖੜੀ ਕੀਤੀ ਸੀ। ਭਗਤ ਜੀ ਨੇ ਖੁਲਾਸਾ ਕਰ ਦਿੱਤਾ ਆਪਣੀ ਅੰਮ੍ਰਿਤ ਬਾਣੀ ਰਾਹੀਂ, ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ। ਫਿਰ ਭਗਤ ਜੀ ਕਹਿੰਦੇ ਵਾਹਿਗੁਰੂ ਕਿਰਪਾ ਹੋ ਗਈ ਮੇਰੇ ਤੇ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਸਾਧ ਮਿਲੇ ਗੁਰੂ ਪੂਰਾ ਮਿਲ ਜਾਏ। ਅੱਜ ਦਾ ਅੰਮ੍ਰਿਤ ਸ਼ਬਦ ਹੈ, ਤਵੱਜੋ ਦੇਣਾ, ਜਿਸ ਵਿੱਚ ਸਾਹਿਬ ਕਹਿੰਦੇ ਨੇ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ। ਲਾਲ ਗੁਲਾਲ ਗਹਿਬਰਾ। ਲਾਲ ਗੁਲਾਲ, ਲਾਲ ਰੰਗ ਦਾ ਜਿਵੇਂ ਫੁੱਲ ਗੂੜਾ ਹੋਵੇ, ਇਸ ਤਰ੍ਹਾਂ ਪੱਕਾ ਰੰਗ ਭਾਵ ਅਰਥ ਹੈ। ਲਾਲ ਗੁਲਾਲ ਗਹਿਬਰਾ, ਗਹਿਬਰਾ ਗੂੜਾ, ਸੱਚਾ ਰੰਗ ਚੜਾਓ। ਸੱਚਾ ਸਦਾ ਸਥਿਰ ਰਹਿਣ ਵਾਲਾ। ਹਿਰਦੇ ਵਿੱਚ ਉਹਨਾਂ ਮਨੁੱਖਾਂ ਦੇ ਪ੍ਰਮਾਤਮਾ ਦਾ ਸੱਚੇ ਨਾਮ ਦਾ ਰੰਗ ਚੜ ਜਾਂਦਾ ਹੈ, ਜਿਹੜੇ ਆਪਣੇ ਮਾਲਕ ਦੀ ਸਿਫਤ ਵਿੱਚ ਦਿਨ ਰਾਤ ਜੁੜੇ ਰਹਿੰਦੇ ਨੇ। ਤੇ ਜਦੋਂ ਕਿਸੇ ਦੇ ਹਿਰਦੇ ਤੇ ਗੂੜਾ ਲਾਲ ਪੱਕਾ ਰੰਗ ਚੜ ਗਿਆ, ਫਿਰ ਉੱਥੇ ਮਾਇਆ ਦੇ ਫਿੱਕੇ ਰੰਗ ਦਾ ਅਸਰ ਕੋਈ ਨਹੀਂ ਹੋਣਾ। ਦੇਖੋ, ਰੰਗ ਫਿੱਕਾ ਹੋਵੇ ਕੱਪੜੇ ਤੇ ਗੂੜਾ ਰੰਗ ਉਤੋਂ ਦਿੱਤਾ ਜਾ ਸਕਦਾ, ਪਰ ਜੇ ਰੰਗ ਗੂੜਾ ਹੋਵੇ ਤੇ ਗੂੜੇ ਰੰਗ ਉੱਤੇ ਫਿੱਕਾ ਰੰਗ ਦੁਬਾਰਾ ਨਹੀਂ ਚਾੜਿਆ ਜਾ ਸਕਦਾ। ਜੇ ਲਾਲ ਸੂਹਾ ਕੱਪੜਾ ਹੋਵੇ, ਅਸੀਂ ਆਖੀਏ ਨੂੰ ਸਫੈਦ ਰੰਗ ਚਾੜੀਏ, ਫਿਰ ਕਿੱਦਾਂ ਚੜੇ? ਸਫੈਦ ਉੱਤੇ ਸੂਹਾ ਰੰਗ ਤੇ ਚੜ ਜਾਏ, ਪਰ ਲਾਲ ਰੰਗ ਦੇ ਕੱਪੜੇ ਤੇ ਸਫੈਦ ਰੰਗ ਕਿਵੇਂ ਚੜੇਗਾ? ਹੁਣ ਇਹ ਨਹੀਂ ਚੜ ਸਕਦਾ। ਇਸੇ ਤਰ੍ਹਾਂ ਮਾਲਕ ਦੀ ਤਾਰੀਫ ਕਰਦਿਆਂ ਕਰਦਿਆਂ ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦੀ ਸਿਫਤ ਦਾ ਗੂੜਾ ਰੰਗ ਚੜ ਜਾਂਦਾ ਹੈ, ਉਹਨਾਂ ਉੱਤੇ ਫਿਰ ਮਾਇਆ ਦਾ ਫਿੱਕਾ ਰੰਗ ਦੁਬਾਰਾ ਨਹੀਂ ਚੜਦਾ, ਕਿਉਂਕਿ ਇਸ ਦਾ ਰੰਗ ਦਿਨ ਥੋੜਿਆਂ, ਸ਼ੋਸ਼ਾ ਇਸ ਦਾ ਮੁੱਲ, ਇਹਦੀ ਕੀਮਤ ਵੀ ਘੱਟ ਆ।
ਕਿਹਦੀ? ਜਿਵੇਂ ਕੁਸੁੰਬੇ ਦਾ ਰੰਗ। ਕੁਸੁੰਬੇ ਦਾ ਰੰਗ ਲਾਲ ਸੂਹਾ ਦਿਖਾਈ ਤੇ ਦਿੰਦਾ ਹੈ, 4 ਬੂੰਦਾਂ ਪਾਣੀ ਦੀਆਂ ਉੱਤੇ ਡਿੱਗ ਪੈਣ ਤੇ ਫੁੱਲ ਦਾ ਰੰਗ ਚੋ ਕੇ ਜ਼ਮੀਨ ਤੇ ਡਿੱਗ ਪੈਂਦਾ, ਕਿਉਂਕਿ ਰੰਗ ਕੱਚਾ। ਕੱਚੇ ਰੰਗ ਨੇ ਹਮੇਸ਼ਾ ਨਹੀਂ ਰਹਿਣਾ। ਪਾਤਸ਼ਾਹ ਕਹਿੰਦੇ ਗੂੜਾ ਪੱਕਾ ਗਹਿਬਰਾ, ਗਹਿਬਰਾ ਮਾਨੋ ਲਾਲ ਰੰਗ, ਜਿਹੜਾ ਪੱਕਾ ਹੈ, ਸੱਚਾ ਰੰਗ ਚੜਾਓ। ਸੱਚ ਮਿਲੇ ਸੰਤੋਖੀਆਂ, ਹਰ ਜਪ ਏਕੈ ਭਾਏ। ਇਹ ਸੱਚ ਦੀ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਅੰਦਰ ਸਬਰ ਸੰਤੋਖ ਜਪਦਿਆਂ ਜਪਦਿਆਂ ਪੈਦਾ ਹੋ ਜਾਂਦਾ, ਤੇ ਸਾਹਿਬ ਕਹਿੰਦੇ ਉਹਨਾਂ ਦੀ ਭਾਵਨਾ ਇੱਕ ਨਿਰੰਕਾਰ ਪ੍ਰਤੀ ਹਮੇਸ਼ਾ ਬਣੀ ਰਹਿੰਦੀ ਹੈ। ਹੁਣ ਭਗਤ ਕਬੀਰ ਸਾਹਿਬ ਕੀ ਕਹਿ ਰਹੇ ਸਨ? ਕਹਿਣ ਲੱਗੇ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਸਾਧ ਮਿਲੇ, ਪੂਰਾ ਗੁਰੂ ਮਿਲ ਜਾਏ, ਸਿੱਧ ਪਾਈਐ, ਫਿਰ ਸਾਨੂੰ ਅਸਲ ਵਿੱਚ ਆਤਮਿਕ ਜੀਵਨ ਅੰਦਰ ਸਫਲਤਾ ਪ੍ਰਾਪਤ ਹੁੰਦੀ ਹੈ। ਉਹਦਾ ਨਹੀਂ, ਜੇ ਕੋਈ ਬੰਦਾ ਗੁਰੂ ਤੋਂ ਬਿਨਾਂ ਸਫਲਤਾ ਪ੍ਰਾਪਤ ਕਰਨੀ ਚਾਹੇ ਤੇ ਕਠਿਨ ਕਾਰਜ। ਗੁਰੂ ਸਿਰ ਉੱਤੇ ਰਹਿਮ ਦਾ ਹੱਥ ਰੱਖਦਾ, ਜਿਵੇਂ ਅਣਜਾਣ ਛੋਟਾ ਬੱਚਾ ਕਦਮਾਂ ਨਾਲ ਚੱਲਦਾ ਹੈ, ਪਰ ਉਹ ਵਾਰ-ਵਾਰ ਡਿੱਗਦਾ, ਉਹਦੇ ਕੋਲੋਂ ਸੰਭਲਿਆ ਨਹੀਂ ਜਾਂਦਾ। ਫਿਰ ਸਿਆਣੇ ਮਾਂ-ਬਾਪ ਆਪਣੀ ਉਂਗਲੀ ਅੱਗੇ ਵਧਾ ਦਿੰਦੇ ਨੇ, ਉਹ ਬੱਚਾ ਉਂਗਲੀ ਫੜ ਲੈਂਦਾ, ਇੱਕ ਨਾਲ ਨਾ ਤੁਰ ਸਕੇ ਦੂਜੀ ਵੀ ਉਂਗਲੀ ਅੱਗੇ ਕਰਤੀ, ਦੋਨੇ ਉਂਗਲੀਆਂ ਪਕੜ ਕੇ ਫਿਰ ਬੱਚੇ ਦੇ ਥਿੜਕਦੇ ਹੋਏ ਪੈਰ ਜ਼ਮੀਨ ਤੇ ਟਿਕਣੇ ਸ਼ੁਰੂ ਹੋ ਜਾਂਦੇ ਨੇ। ਤੇ ਜਿਵੇਂ ਥਿੜਕਦੇ ਹੋਏ ਕਦਮਾਂ ਨੂੰ ਬਾਪ ਦੀਆਂ ਉਂਗਲੀਆਂ ਨੇ ਸਹਾਰਾ ਦੇ ਦਿੱਤਾ, ਇਸੇ ਤਰ੍ਹਾਂ ਪੂਰਾ ਗੁਰੂ ਆਪਣੇ ਗਿਆਨ ਦਾ ਸਹਾਰਾ ਦੇ ਕੇ ਸਾਡੇ ਡੋਲਦੇ ਹੋਏ ਮਨ ਨੂੰ ਸਥਿਰ ਕਰ ਦਿੰਦਾ ਹੈ। ਗੁਰੂ ਸਮਰੱਥ ਹੈ। ਸਾਧ ਮਿਲੇ ਸਿੱਧ ਪਾਈਐ। ਸਿੱਧ ਦਾ ਇੱਥੇ ਅਰਥ ਹੈ ਸਫਲਤਾ ਪ੍ਰਾਪਤ ਹੋ ਜਾਂਦੀ ਹੈ, ਕਾਮਯਾਬ ਹੋ ਜਾਈਦਾ ਆਪਣੇ ਮਕਸਦ ਵਿੱਚ। ਸਾਧ ਮਿਲੇ ਸਿੱਧ ਪਾਈਐ ਕਿ ਇਹ ਜੋਗ ਕੇ ਭੋਗ। ਇਹਦਾ ਵੱਖਰਾ ਕਰਕੇ ਅਰਥ ਕਰਨਾ। ਫਿਰ ਉਹਦੇ ਸਾਹਮਣੇ ਜਿੱਥੇ ਸਾਨੂੰ ਆਤਮਿਕ ਮੁਰਾਤਬਾ ਪ੍ਰਾਪਤ ਹੋ ਗਿਆ, ਉਹਦੇ ਸਾਹਮਣੇ ਕੀ ਜੋਗੀਆਂ ਦੀ ਸਾਧਨਾ ਤੇ ਕੀ ਭੋਗੀਆਂ ਦੇ ਭੋਗ। ਕਹਿਣ ਲੱਗੇ ਸਭ ਫਿੱਕੇ ਨੇ, ਕਿ ਇਹ ਜੋਗ ਕੇ ਭੋਗ। ਫਿਰ ਕਹਿੰਦੇ ਦੋ ਮਿਲ ਕਾਰਜ ਉਪਜੈ। ਕਿਹੜੇ ਦੋ ਮਿਲ ਕੇ? ਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ। ਜਦੋਂ ਦੋਨੇ ਮਿਲਾਪ ਕਰਨਗੇ, ਦੋ ਮਿਲ ਕਾਰਜ ਉਪਜੈ RAM ਨਾਮ ਸੰਜੋਗ। ਵਾਹਿਗੁਰੂ ਜੀ ਦੇ ਨਾਮ ਦਾ ਸੰਜੋਗ ਕਹਿੰਦੇ ਮਿਲਾਪ। ਜਦੋਂ ਸ਼ਬਦ ਗੁਰੂ ਦਾ ਤੇ ਸੁਰਤ ਸਿੱਖ ਦੀ ਮਿਲਾਪ ਕਰਦੀ ਹੈ ਤਾਂ ਪ੍ਰਮਾਤਮਾ ਦਾ ਨਾਮ ਇਹਦੇ ਹਿਰਦੇ ਵਿੱਚ ਵਸੇਬਾ ਕਰਨ ਲੱਗ ਪੈਂਦਾ। ਦੋ ਮਿਲ ਕਾਰਜ ਉਪਜੈ RAM ਨਾਮ ਸੰਜੋਗ। ਲੋਕ ਜਾਣੇ ਇਹ ਗੀਤ ਹੈ। ਲੋਕੀ ਤਾਂ ਇਹਨੂੰ ਐਦਾਂ ਗਾ ਰਹੇ ਆ ਵੀ ਜਿਵੇਂ ਸਮਝੋ ਇਹ ਕੰਨ ਰਾਸੀ ਹੈ। ਇਹ ਕੰਨ ਰਸ ਨਹੀਂ, ਇਹ ਜੀਵਨ ਦਾ ਆਧਾਰ ਹੈ, ਇਹ ਜੀਵਨ ਦਾ ਆਸਰਾ ਹੈ, ਜ਼ਿੰਦਗੀ ਦਾ ਮਾਰਗ ਹੈ। ਇਸ ਰਾਹ ਉੱਤੇ ਚੱਲ ਕੇ ਅਸੀਂ ਸਫਲ ਹੋਣਾ। ਇਹਨੂੰ ਹੀ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਆਖਿਆ ਸੀ, ਏ ਤਰਾ ਪਤ ਪਵੜੀਆਂ ਚੜੀਏ ਹੋਏ 21। ਇੱਕਮਿਕ ਹੋ ਜਾਈਦਾ, ਪਰਮਾਤਮਾ ਵਿੱਚ ਅਭੇਦ ਹੋ ਜਾਈਦਾ। ਪਰ ਜੇ ਇਹ ਗੱਲ ਸੇਵਕ ਨੂੰ ਸਮਝ ਆ ਜਾਏ, ਜੇ ਇਹਨੂੰ ਕੇਵਲ ਗੀਤ ਸਮਝ ਕੇ ਪੜਿਆ, ਤੇ ਫਿਰ ਇਹਨੂੰ ਗਾਉਣ ਵਾਲੇ ਵੀ ਬੜੇ ਨੇ ਤੇ ਸੁਣਾਉਣ ਵਾਲੇ ਵੀ ਬੜੇ ਨੇ, ਕੋਈ ਕਮੀ ਨਹੀਂ। ਅਣਗਿਣਤ ਲੋਕ ਗਾ ਰਹੇ ਨੇ, ਅਣਗਿਣਤ ਲੋਕ ਸੁਣਾ ਰਹੇ ਨੇ, ਪਰ ਇਹਦੇ ਨਾਲ ਜੀਵਨ ਦਾ ਰਸ ਪੈਦਾ ਨਹੀਂ ਹੋ ਰਿਹਾ, ਕਿਉਂਕਿ ਇਹਨੂੰ ਕੰਨ ਰਸ ਸਮਝ ਕੇ ਇੱਕ ਗੀਤ ਦੀ ਤਰ੍ਹਾਂ, ਇੱਕ ਸੰਗੀਤ ਦੀ ਤਰ੍ਹਾਂ ਗਾਇਆ, ਇਹਨੂੰ ਸ਼ਰਧਾ ਤੇ ਭਾਵਨਾ ਨਾਲ ਜੀਵਨ ਦਾ ਆਸਰਾ ਨਹੀਂ ਬਣਾਇਆ। ਲੋਕ ਜਾਣੇ ਇਹ ਗੀਤ ਹੈ। ਪੁੱਛਿਆ ਜੀ ਫਿਰ ਇਹ ਕੀ ਹੈ? ਭਗਤ ਜੀ ਕਹਿੰਦੇ ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਪ੍ਰਮਾਤਮਾ ਦੇ ਘਰ ਦੀਆਂ ਗੱਲਾਂ ਨੇ। ਇਹ ਰਸਤਾ ਦੱਸਦੀਆਂ ਨੇ ਕਿਹੜੇ ਕਿਹੜੇ ਰਾਹ ਤੇ ਤੂੰ ਕਿਵੇਂ ਕਿਵੇਂ ਕਦਮ ਰੱਖ ਕੇ ਮੰਜ਼ਿਲ ਤੱਕ ਪੁੱਜਣਾ। ਇੱਕ ਇੱਕ ਕਦਮ ਤੇ ਗੁਰਬਾਣੀ ਸਾਡੀ ਅਗਵਾਈ ਕਰਦੀ ਹੈ। ਪਰ ਕਦੇ ਇਹਨੂੰ ਕੇਵਲ ਰਸ ਬਣਾਇਆ ਕੰਨਾਂ ਦਾ, ਮਨ ਦਾ ਰਸ ਨਾ ਬਣਿਆ, ਤੇ ਕੰਨ ਰਸ ਤੱਕ ਇਹ ਸੀਮਿਤ ਰਹਿ ਗਈ ਬਾਣੀ। ਇਸੇ ਲਈ ਜੀਵਨ ਦੇ ਅੰਦਰ ਬੰਦੇ ਦੇ ਛਲ ਰਹਿੰਦਾ, ਜੀਵਨ ਵਿੱਚ ਮਨੁੱਖ ਦੇ ਧੋਖਾ ਧੜੀ ਤੇ ਫਰੇਬ ਬਣਿਆ ਰਹਿੰਦਾ ਹੈ। ਇਹਦੇ ਅੰਦਰ ਸੱਚ ਦਾ ਟਿਕਾਣਾ ਹੁੰਦਾ ਹੀ ਕੋਈ ਨਹੀਂ। ਜਿਹੜੇ ਬਚਨ ਸਾਹਿਬ ਕਹਿੰਦੇ ਧਾਤ ਮਿਲੇ ਫੁਨ ਧਾਤ ਕੋ, ਇਹ ਅਵਸਥਾ ਬਣੀ ਹੋਈ ਕੋਈ ਨਹੀਂ। ਪੜੀ ਬੜੀ ਬਾਣੀ, ਗਾਈ ਬੜੀ ਬਾਣੀ,
ਇਹਨੂੰ ਗਾਉਣ ਨਾਲ ਤੇ ਪੜਨ ਨਾਲ ਸਫਲਤਾ ਹਾਸਲ ਨਹੀਂ ਹੋਈ ਜਿੰਨਾ ਚਿਰ ਹਿਰਦੇ ਵਿੱਚ ਵਸੀ ਨਹੀਂ। ਪਾਣੀ ਇੱਕ ਸ਼ਬਦ ਹੈ, ਸ਼ਬਦ ਬੋਲਿਆ ਕੀ ਹੋਏਗਾ? ਪਿਆਸ ਬੁਝੇਗੀ ਜੇ ਪੀਵਾਂਗੇ। ਪਾਣੀ ਪਾਣੀ ਕਹਿਣ ਨਾਲ ਪਿਆਸ ਥੋੜਾ ਹੀ ਬੁਝਦੀ ਹੈ। ਭੋਜਨ ਭੋਜਨ ਦਾ ਆਲਾਪ ਕਰਨ ਨਾਲ ਭੁੱਖ ਥੋੜਾ ਹੀ ਮਿਟਦੀ ਹੈ। ਗੁਰਬਾਣੀ ਦੀਆਂ ਗੱਲਾਂ ਕਰਨ ਨਾਲ ਆਤਮਿਕ ਜੀਵਨ 'ਚ ਠੰਡ ਨਹੀਂ ਪੈਂਦੀ ਜਿੰਨਾ ਚਿਰ ਇਸ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਹਾਰ ਭੋਜਨ ਨਾ ਬਣਾ ਲਈਏ। ਇਹ ਸਾਡਾ ਭੋਜਨ ਹੈ। ਜੇ ਤਾਂ ਖਾਧਾ ਮਨ ਤ੍ਰਿਪਤੀ ਹੈ, ਪਾਈਏ ਮੋਖ ਦੁਆਰ। ਜਿਹਨੂੰ ਖਾਣ ਨਾਲ ਮਨ ਜਿਹੜਾ ਭੁੱਖਾ ਹੈ ਨਾ, ਇਹ ਰੱਜ ਜਾਂਦਾ। ਤੇ ਮਨ ਤੇ ਸਦਾ ਭੁੱਖਾ ਹੈ। ਇਸ ਮਨ ਦੀ ਭੁੱਖ ਉਦਣ ਮਿਟਣੀ ਹੈ ਜਿੱਦਣ ਅਸੀਂ ਗੁਰਬਾਣੀ ਨੂੰ ਆਹਾਰ ਬਣਾ ਕੇ ਅੰਦਰ ਹਿਰਦੇ ਦੇ ਵਿੱਚ ਟਿਕਾ ਲਿਆ। ਜਿਵੇਂ ਭੋਜਨ ਖਾਧਾ, ਸਰੀਰ ਦੀ ਤਾਕਤ ਬਣ ਗਈ। ਗੁਰਬਾਣੀ ਖਾਧੀ, ਗੁਰਬਾਣੀ ਜਪੀ, ਗੁਰਬਾਣੀ ਪੀਵੀ, ਗੁਰਬਾਣੀ ਪਚਾਈ, ਗੁਰਬਾਣੀ ਪੁੰਚੀ ਤੇ ਸਾਡੇ ਆਤਮਿਕ ਜੀਵਨ ਦਾ ਆਸਰਾ ਬਣ ਗਈ। ਲੋਕ ਜਾਣੇ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ ਜਿਉ ਕਾਂਸ਼ੀ ਉਪਦੇਸ਼ ਹੋਏ। ਕਾਂਸ਼ੀ ਦੀ ਧਰਤੀ ਤੇ ਮਰਨ ਸਮੇਂ ਮਨੁੱਖ ਨੂੰ ਸ਼ਿਵ ਦਾ ਖਾਸ ਉਪਦੇਸ਼ ਸੁਣਾਇਆ ਜਾਂਦਾ। ਜਿਉ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਕਹਿੰਦੇ ਭਗਤ ਜੀ ਮੰਨ ਲਿਆ ਕਿ ਕਾਂਸ਼ੀ ਦੀ ਧਰਤੀ ਤੇ ਅੰਤ ਸਮੇਂ ਸ਼ਿਵ ਦਾ ਉਪਦੇਸ਼ ਸੁਣਨ ਨਾਲ ਇਹ ਮਨੌਤ ਹੈ ਕਿ ਲੋਕ ਸਵਰਗ ਚਲੇ ਜਾਂਦੇ ਨੇ। ਭਗਤ ਜੀ ਕਹਿੰਦੇ ਉਹ ਮਰਨ ਤੋਂ ਬਾਅਦ ਦੀਆਂ ਗੱਲਾਂ ਹੋਣਗੀਆਂ, ਪਰ ਅਸੀਂ ਤੇ ਜਿਉਂਦਿਆਂ ਦੀ ਗੱਲ ਕਰਨੀ ਹੈ, ਮੋਇਆਂ ਤੋਂ ਬਾਅਦ ਦੀ ਨਹੀਂ। ਬੜੀ ਦੁਨੀਆ ਮੋਇਆਂ ਤੋਂ ਬਾਅਦ ਦੀ ਗੱਲ ਕਰਦੀ। ਅਣਗਿਣਤ ਐਸੇ ਲੋਕ ਨੇ ਜਿਹੜੇ ਕਹਿੰਦੇ ਨੇ ਮਰਨ ਤੋਂ ਬਾਅਦ ਵੀ ਬਾਣੀ ਦਾ ਜਪ ਤਪ ਉੱਥੇ ਪਹੁੰਚ ਜਾਂਦਾ। ਨਹੀਂ, ਇੱਥੇ ਜੀਵਤ ਲੋ ਵਿਵਹਾਰ ਹੈ ਤੁਮ ਜਗ ਕੋ ਜਾਨੋ। ਤੇ ਫਿਰ ਕੀ ਮੋਇਆਂ ਬਾਅਦ ਗੁਣ ਗਾ ਲਾਂਗੇ? ਨਹੀਂ, ਜੀਵਤ ਲੋ ਵਿਵਹਾਰ ਹੈ ਤੁਮ ਜਗ ਕੋ ਜਾਨੋ। ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਸਾਰਾ ਜਗਤ ਸੁਪਨੇ ਦੀ ਨਿਆਈ ਹੈ। ਤੂੰ ਜਿਉਂਦਿਆਂ ਹੋਇਆਂ ਰੱਬ ਦੇ ਗੁਣਾਂ ਨੂੰ ਗਾਇਨ ਕਰ। ਮਰਨ ਤੋਂ ਬਾਅਦ ਇਹ ਗਾਏ ਹੋਏ ਗੁਣ ਤੇਰੇ ਤੱਕ ਨਹੀਂ ਪੁੱਜਣੇ। ਜੇ ਮੋਇਆਂ ਬਾਅਦ ਜਾਂਦੇ ਹੁੰਦੇ, ਕਈ ਵਾਰ ਮੈਂ ਅਰਜ਼ ਕਰਦਾ ਹੁੰਦਾ, ਫਿਰ ਤੇ ਜਿਤਨੇ ਧਨਾੜ ਲੋਕ ਨੇ ਉਹ ਮਗਰੋਂ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਲਗਾ ਦਿੰਦੇ। ਉਹਨਾਂ 10 15 20 50 100 200 ਅਖੰਡ ਪਾਠ ਸਾਹਿਬ ਉਹਨਾਂ ਲਈ ਕਰਨਾ ਕੀ ਮੁਸ਼ਕਿਲ ਹੈ? ਧੰਨਵਾਨ ਬੰਦੇ ਲਈ ਇਹ ਮੁਸ਼ਕਿਲ ਨਹੀਂ। ਮੋਇਆਂ ਬਾਅਦ ਇਹ ਕੁਝ ਨਹੀਂ ਜਾਣਾ। ਭਗਤ ਜੀ ਕਹਿੰਦੇ ਮੰਨ ਲਿਆ ਇੱਕ ਛਿਨ ਲਈ ਕਿ ਕਾਂਸ਼ੀ ਦੀ ਧਰਤੀ ਤੇ ਦਿੱਤਾ ਉਪਦੇਸ਼ ਮਰਨੋਂ ਬਾਅਦ ਮਗਰ ਜਾ ਕੇ ਮਦਦ ਕਰੇਗਾ। ਪਰ ਭਗਤ ਜੀ ਕਹਿੰਦੇ ਨੇ ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿੱਤ ਲਾਏ। ਜਿਉਂਦਿਆਂ ਜੀ ਗਾਈ ਜਾ ਸਕਦੀ ਹੈ ਤੇ ਜਿਉਂਦਿਆਂ ਹੀ ਇਹਨੂੰ ਸੁਣਿਆ ਜਾ ਸਕਦਾ। ਮੋਇਆ ਨਹੀਂ ਸੁਣ ਸਕਦਾ। ਮੋਏ ਪੈ ਨੂੰ ਬਥੇਰੀਆਂ ਆਵਾਜ਼ਾਂ ਦਿੰਦਾ ਹੈ ਬਾਪੂ ਬਾਪੂ ਕਹਿ ਕੇ। ਬਾਪੂ ਸੁਣਦਾ ਨਹੀਂ? ਸੁਣਦਾ ਨਾ। ਮਾਂ ਪਈਏ ਸਾਹਮਣੇ ਜ਼ਮੀਨ ਤੇ ਲੇਟੀ, ਮਾਂ ਮਾਂ ਪੁਕਾਰਦੀ, ਧੀ ਵੀ ਆ ਕੇ, ਪੁੱਤ ਵੀ ਆ ਕੇ, ਸੰਬੰਧੀਆਂ ਨੇ ਕਿਸੇ ਮਾਸੀ, ਕਿਸੇ ਚਾਚੀ, ਕਿਸੇ ਤਾਈ ਕਹਿ ਕੇ ਆਵਾਜ਼ਾਂ ਮਾਰੀਆਂ, ਉਹਨੇ ਸੁਣੀ? ਜੇ ਉਹ ਤੁਹਾਡੀ ਦੁਨਿਆਵੀ ਆਵਾਜ਼ ਜਿਹੜੀ ਸਾਰੀ ਉਮਰ ਸੁਣਦੀ ਆਈ ਹੈ, ਮਰਨ ਤੋਂ ਬਾਅਦ ਤੁਹਾਡੀ ਆਵਾਜ਼ ਨਹੀਂ ਸੁਣਦੀ, ਤੇ ਗੁਰਬਾਣੀ ਉਹ ਕਿਵੇਂ ਸੁਣ ਲੈਗੀ? ਗੁਰੂ ਕੀ ਸੰਗਤ ਇੱਥੇ ਤੇ ਜਿਉਂਦਿਆਂ ਜੀ ਜੋ ਗਾ ਲਿਆ, ਜੋ ਸੁਣ ਲਿਆ, ਉਹਨੇ ਸਾਡੇ ਜੀਵਨ ਦਾ ਆਸਰਾ ਬਣਨਾ ਹੈ। ਇਹਨੂੰ ਤਾਂ ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿੱਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਉਹ ਪਰਮਗਤੀ ਕੀ ਹੈ? ਉੱਚੀ ਆਤਮਿਕ ਅਵਸਥਾ। ਧਾਤ ਮਿਲੇ ਫੁਨ ਧਾਤ ਕੋ। ਸੋਇਨਾ ਜ਼ੇਵਰ ਸੀ, ਪਰ ਢਲ ਕੇ ਫਿਰ ਸੋਇਨਾ ਬਣ ਗਿਆ। ਜਿਹਨੇ ਗੁਰਬਾਣੀ ਗਾਈ, ਜਿਸ ਨੇ ਗੁਰਬਾਣੀ ਪਿਆਰ ਨਾਲ ਸੁਣੀ, ਉਹ ਰੱਬ ਤੋਂ ਵਿਛੜ ਕੇ ਆਇਆ ਸੀ, ਪਰ ਗੁਰਬਾਣੀ ਗਾਉਣ ਤੇ ਗੁਰਬਾਣੀ ਸੁਣਨ ਨਾਲੋਂ ਫਿਰ ਰੱਬ ਦਾ ਰੂਪ ਬਣ ਗਿਆ। ਹੁਣ ਅੰਤਰ ਨਹੀਂ ਰਿਹਾ, ਫਰਕ ਨਹੀਂ ਰਿਹਾ, ਇੱਕੋ ਰੂਪ ਬਣ ਜਾਂਦੇ ਨੇ। ਬਸ ਸ਼ਰਤ ਹੈ ਕਿ ਕੋਈ ਪਿਆਰ ਵਿੱਚ ਭਿੱਜ ਕੇ ਇਹ ਤਾਰੀਫ ਦੀ, ਸਿਫਤ ਸਲਾਹ ਦੀ ਬਾਣੀ ਨੂੰ ਆਪਣੀ ਰਸਨਾ ਨਾਲ ਗਾਵੇ। ਸੰਸਾ ਹੀ ਕੋਈ ਨਹੀਂ, ਸ਼ੰਕਾ ਹੀ ਕੋਈ ਨਹੀਂ। ਸ਼ੰਕਾ ਨਿਵਰਤ ਹੋ ਜਾਂਦਾ ਜਦੋਂ ਗੁਰੂ ਦੇ ਸੰਗ ਵਿੱਚ ਬੈਠਦੇ ਆ। ਪਰ ਇਹ ਦਾਤ ਮਿਲਦੀ ਏ ਜਿਨ੍ਹਾਂ ਦੇ ਅੰਦਰ ਸਬਰ ਏ, ਜਿਨ੍ਹਾਂ ਦੇ ਅੰਦਰ ਸੰਤੋਖ ਹੈ।
ਇਹ ਸਭ ਨੂੰ ਨਹੀਂ ਮਿਲਣੀ ਦਾਤ। ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਫਿਰ ਰਸਾਲੂ ਤਾਂ ਮਿਲੈ ਜਾਂ ਗੁਰੂ ਕਾ ਸ਼ਬਦ ਸੁਣੀ। ਸਹਿਜ ਸੰਤੋਖ ਆਤਮਿਕ ਅਡੋਲਤਾ ਵਿੱਚ ਟਿਕੀਆਂ ਹੋਈਆਂ, ਸਬਰ ਨਾਲ ਭਰ ਗਈਆਂ, ਬਾਣੀ ਸੁਣਦੀਆਂ ਸੁਣਦੀਆਂ ਜੀਵ ਇਸਤਰੀਆਂ। ਤੇ ਫਿਰ ਰਸਾਲੂ ਤਾਂ ਮਿਲੇ, ਉਹ ਰਸਾਂ ਦਾ ਘਰ, ਉਹ ਪ੍ਰਮਾਤਮਾ ਜਿਹੜਾ ਜੀਵਨ ਦਾ ਆਧਾਰ ਹੈ ਔਰ ਸਾਰਿਆਂ ਨੂੰ ਜੀਵਨ ਰਸ ਪ੍ਰਦਾਨ ਕਰ ਰਿਹਾ ਹੈ, ਉਹ ਮਿਲੇਗਾ ਜਾਂ ਗੁਰ ਕਾ ਸ਼ਬਦ ਸੁਣੀ। ਜਦੋਂ ਆਪਣੇ ਕੰਨਾਂ ਨਾਲ ਗੁਰੂ ਦੇ ਸ਼ਬਦ ਨੂੰ ਸ਼ਰਵਣ ਕਰੇਗਾ ਤਾਂ ਤੈਨੂੰ ਉਹ ਅਕਾਲ ਪੁਰਖ ਰਸਾਂ ਦਾ ਘਰ ਨਿਰੰਕਾਰ ਪ੍ਰਾਪਤ ਹੋ ਜਾਏਗਾ, ਜਿਹਦੇ ਲਈ ਸਾਰੀ ਦੁਨੀਆ ਕਲਪਦੀ ਫਿਰਦੀ ਹੈ। ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਉਲਟਾ ਲਟਕ ਰਿਹਾ, ਕੋਈ ਜਲ ਧਾਰੇ ਕਰ ਰਿਹਾ, ਕਈ ਤਰ੍ਹਾਂ ਦੀਆਂ ਕਿਰਿਆਵਾਂ, ਕੋਈ ਨਿਉਲੀ ਕਰਮ ਕਰ ਰਿਹਾ, ਕੋਈ ਪ੍ਰਾਣਾਯਾਮ ਕਰ ਰਿਹਾ, ਅਨੇਕ ਕਰਮ ਕਰਦੇ ਨੇ, ਪਰ ਰੱਬ ਨਹੀਂ ਮਿਲ ਰਿਹਾ। ਉਹਦੇ ਮਿਲਾਪ ਦਾ ਮਾਰਗ ਸਾਹਿਬ ਕਹਿੰਦੇ ਜਿੱਦਣ ਗੁਰੂ ਦੇ ਸ਼ਬਦ ਨੂੰ ਹਿੱਤ ਚਿੱਤ ਲਾ ਕੇ ਸੁਣ ਲਿਆ, ਉਹ ਤੇਰੇ ਦਿਲ ਉੱਤੇ ਅਸਰ ਕਰ ਗਿਆ, ਹਿਰਦੇ ਤੇ ਅਸਰ ਕਰ ਗਿਆ। ਆ ਵੇਖੋ, ਸੱਪ ਲੜੇ ਜ਼ਹਿਰ ਚੜਦਾ, ਸੱਪ ਲੜਿਆ ਪੈਰ ਤੇ ਜ਼ਹਿਰ ਚੜਦਾ ਚੜਦਾ ਕਿੱਥੇ ਜਾਂਦਾ? ਦਿਲ ਤੱਕ। ਜਦੋਂ ਉਹ ਖੂਨ ਸਾਡੇ ਦਿਲ ਤੱਕ ਪਹੁੰਚ ਗਿਆ, ਮਨੁੱਖ ਦੀ ਮੌਤ ਹੋ ਜਾਂਦੀ। ਤੇਰੇ ਕੰਨਾਂ 'ਚ ਗੁਰਬਾਣੀ ਜਾਏ ਤੇ ਚਲਦਿਆਂ ਚਲਦਿਆਂ ਗੁਰਬਾਣੀ ਦਿਲ ਤੱਕ ਪਹੁੰਚ ਜਾਏ, ਉਸ ਦਿਨ ਤੇਰੇ ਅੰਦਰ ਦੀ ਹਉਮੈ ਦੇ ਸੱਪ ਨੇ ਵੀ ਮਰ ਜਾਣਾ, ਉਹ ਸੱਪ ਹੀ ਮਰ ਜਾਏਗਾ। ਇੱਥੇ ਸੱਪ ਜ਼ਹਿਰ ਚੜਾਏ ਤੇ ਮਨੁੱਖ ਮਰੇ, ਪਰ ਯਾਦ ਰੱਖਿਓ ਜਿੱਦਣ ਸ਼ਬਦ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਹਿਰਦੇ ਤੱਕ ਬਾਣੀ ਪਹੁੰਚ ਗਈ, ਉਦਣ ਹਉਮੈ ਦੇ ਸੱਪ ਨੇ ਅੰਦਰੇ ਮਰ ਜਾਣਾ, ਉਹਨੇ ਨਹੀਂ ਅੰਦਰ ਰਹਿਣਾ। ਇਹਦੇ ਮਰਦਿਆਂ ਹੀ ਅਕਾਲ ਪੁਰਖ ਨਾਲ ਸੁਮੇਲ ਹੋ ਜਾਏਗਾ, ਸਾਂਝਾ ਬਣ ਜਾਣਗੀਆਂ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ